फसलां मर गईयां मीह नाल, चिट्टी मक्खी नाल, कोई नरमा मर गया, पहला एरकी मूंगी मर गई है। वो सारियां फसलों का मुआवजा तुरंत दिओ। ये नवें करार करके करार तो भज्जण लगे। बाकी बोड़ा ते वध पैसा लग रहा है, मशहूरियां ते वध पैसा लग रहा है। हाथी दे दंद दिखाउण दे होर, खाण दे होर। ਜਿਹੜਾ ਬਦਲਾਅ ਭਾਲਦੇ ਹੋ ਉਹ ਵੋਟਾਂ ਰਾਹੀਂ ਨਹੀਂ ਆਉਣਾ, ਕਿਸੇ ਨੂੰ ਮਰਜ਼ੀ ਲੈ ਆਓ, ਉਹ ਕਾਰਪੋਰੇਟਾਂ ਦੀ ਦਲਾਲੀ ਕਰ ਸਕਦਾ ਹੈ। ਜਾਨੀ ਲੋਕਾਂ ਤੇ ਇੱਕ ਧਮਕੀ ਮਾਰੀ ਹੈ ਭਗਵੰਤ ਮਾਨ ਨੇ, ਜਿਹੜੀਆਂ ਜਮਾਬੰਦੀਆਂ ਨੇ ਤੁਹਾਡੀਆਂ ਜ਼ਮੀਨਾਂ ਦੇ ਰਿਕਾਰਡ ਨੇ ਉਹਨਾਂ ਤੇ ਲਾਲ ਐਂਟਰੀ ਰੈੱਡ ਐਂਟਰੀ ਮਾਰਾਂਗੇ। ਇਹ ਜਿਹੜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਨੇ ਇਹ ਤਾਂ ਸਿਰਫ ਉਹਨਾਂ ਦੇ ਮੋਹਰੇ ਲਾਏ ਹੋਏ ਦਲਾਲ ਨੇ। ਵੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਤੁਹਾਡਾ ਹੈ, ਮੈਂ ਤਾਂ ਆਮ ਲੋਕਾਂ ਦੇ ਪਰਿਵਾਰਾਂ ਚੋਂ ਹਾਂ, ਇਹ ਜਰਮਨ ਦੇ ਵਿੱਚ ਜਾ ਕੇ ਆ ਕਾਰਾਂ ਦੀ ਕੰਪਨੀ ਉਹਦੇ ਨਾਲ ਸਮਝੌਤਾ ਕਰਦਾ ਹੈ। ਜੇ ਪੰਜਾਬ ਨੂੰ ਸਾਫ਼ ਪਾਣੀ ਦੇਣ ਦੀ ਗੱਲ ਕਰਦੇ ਆ ਤਾਂ ਇਹ ਇਜ਼ਰਾਈਲ ਦੀ ਕੰਪਨੀ ਨਾਲ ਗੱਲ ਕਰਦਾ ਹੈ। ਜਾਨੀ ਇੱਥੋਂ ਸਿੱਧ ਹੋ ਗਿਆ 2-4 ਮਹੀਨਿਆਂ ਦੇ ਵਿੱਚ ਵੀ ਇਹ ਉਹਨਾਂ ਦਾ ਵੀ ਪਿਓ ਨਿਕਲੂ, ਉਹਨਾਂ ਨੂੰ ਚੰਗਾ ਖਵਾ ਕੇ ਜਾਊਗਾ। ਜਾਨੀ ਇਹ ਮੋਰਚਾ ਜਿਹੜਾ ਇਹ ਮੰਗਾਂ ਨੂੰ ਪੂਰਾ ਸੂਰਾ ਲਾਗੂ ਕਰਾਉਣ ਤੱਕ ਆਈ ਜੱਜ ਕੇ ਲੱਗਾ ਰਹੂਗਾ। ਕੀ ਕਹਿੰਦੇ ਨੇ ਭਗਵੰਤ ਮਾਨ ਸਾਹਿਬ, ਗੱਲ ਸੁਣਦੇ ਨੇ ਕਿ ਨਹੀਂ? ਗੱਲ ਤਾਂ ਜਿਹਦੇ ਦਿਨ ਐਲਾਨ ਕੀਤਾ ਇੱਥੇ ਮੋਰਚਾ ਲਾਉਣ ਦਾ ਉਸੇ ਦਿਨ ਚਿੱਠੀ ਭੇਜਤੀ ਸੀ ਵੀ ਮੈਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹਣਾ। ਆਪਾਂ ਨਾ ਪਹਿਲਾਂ ਭੱਜੇ ਆ ਕਦੇ ਗੱਲਬਾਤ ਕਰਨ ਤੋਂ, ਨਾ ਅੱਜ ਭੱਜੇ ਆ। ਜਦੋਂ ਫਿਰ ਮੀਟਿੰਗ ਹੋਈ ਆ ਤਾਂ ਮੀਟਿੰਗ ਦੇ ਵਿੱਚ ਕਿਹਾ ਵੀ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ, ਤੁਸੀਂ ਮੋਰਚਾ ਨਾ ਲਾਓ। ਅੱਛਾ, ਇਹ ਗੱਲ ਆ ਜਿਹੜੀ ਉਹ ਪੁਰਾਣੀਆਂ ਸਰਕਾਰਾਂ ਵਾਲੀ ਰਿਪੀਟ ਕੀਤੀ ਜਾ ਰਹੀ ਆ ਵੀ ਤੁਹਾਡੀਆਂ ਮੰਗਾਂ ਮੰਨ ਲਈਆਂ, ਉਹ ਲਾਗੂ ਹੋਣ ਵਾਸਤੇ ਜਾਣੀ ਕੀ ਹੈ ਉਹਦੇ 'ਚ ਉਹ ਲੀਕਿਆ ਪ੍ਰੋਗਰਾਮ ਆਪਾਂ ਕਿਹਾ ਵੀ ਅਸੀਂ ਉੱਥੇ ਬੈਠਾਂਗੇ। ਜਿਵੇਂ ਤੁਹਾਨੂੰ ਲੱਗਦਾ ਹੈ ਵੀ ਜਿਹੜੀਆਂ ਫਸਲਾਂ ਮਰ ਗਈਆਂ ਮੀਂਹ ਨਾਲ, ਚਿੱਟੀ ਮੱਖੀ ਨਾਲ, ਕੋਈ ਨਰਮਾ ਮਰ ਗਿਆ, ਪਹਿਲਾ ਐਰਕੀ ਮੂੰਗੀ ਮਰ ਗਈ ਹੈ, ਉਹ ਸਾਰੀਆਂ ਫਸਲਾਂ ਦਾ ਮੁਆਵਜ਼ਾ ਤੁਰੰਤ ਦਿਓ। ਪਰਾਲੀ ਸਾੜਨੀ ਉਹਦੇ 'ਚ ਰੈੱਡ ਐਂਟਰੀਆਂ ਦੀ ਜਾਣੀ ਅਪੀਲ ਕਰੀ ਜਾਂਦੇ ਹੋ, ਉਹਦੇ ਤੇ ਗੱਲ ਕਰੋ। ਜੇ ਇਹੋ ਜਿਹਾ ਮਾਹੌਲ ਹੋਊਗਾ ਫਿਰ ਉਹ ਜਿਹਾ ਅਸੀਂ ਉੱਠ ਖੜਾਂਗੇ ਜੋ ਸਾਡੀਆਂ ਮੰਗਾਂ ਪੂਰੀਆਂ ਕਰਾਂਗੇ। ਜਾਣੀ ਇਹ ਮੋਰਚਾ ਹੈ ਜਿਹੜਾ ਇਹ ਮੰਗਾਂ ਨੂੰ ਪੂਰਾ ਸੂਰਾ ਲਾਗੂ ਕਰਾਉਣ ਤੱਕ ਆਈ ਜੱਜ ਕੇ ਲੱਗਾ ਰਹੂਗਾ ਆਉਣ ਵਾਲੇ ਸਮੇਂ। ਮੰਗਾਂ ਜਿਹੜੀਆਂ ਹੈਗੀਆਂ ਨੇ, ਮੰਗਾਂ ਕਿਹੜੀਆਂ ਨੇ ਉਹਨਾਂ ਦੇ ਬਾਰੇ ਚ ਜਾਨਣਾ ਚਾਹਾਂਗੇ। ਤੁਸੀਂ ਸੋਚ ਕੀ ਮੰਗਾਂ ਨੇ? ਮੰਗਾਂ ਤਾਂ ਜੀ ਧੁਰ ਤੋਂ ਲੈ ਕੇ ਸ਼ੁਰੂ ਤੋਂ ਹੀ ਜਾ ਰਹੀਆਂ ਨੇ। ਅੱਛਾ ਜੀ। ਜਿਹੜੀ ਮੋਦੀ ਸਰਕਾਰ ਨਾਲ ਹੈ ਅੱਧ ਵਿਚਾਲੇ ਮੰਗਾਂ ਪਈਆਂ ਨੇ, ਉਹ ਵੀ ਮੰਗਾਂ ਵਿੱਚ ਹੀ ਨੇ। ਅੱਛਾ, ਪਹਿਲਾਂ ਵਾਲੀਆਂ ਮੰਗਾਂ ਮਤਲਬ ਪੂਰੀਆਂ ਨਹੀਂ ਹੋਈਆਂ? ਰੋਸਾ ਤਾਂ ਸਾਨੂੰ ਉਹਨਾਂ ਤੇ ਵੀ ਉੱਡਾ ਹੀ ਆ ਜੀ। ਠੀਕ ਹੈ। ਇਹ ਨਵੇਂ ਆ ਗਏ, ਇਹ ਨਵੇਂ ਕਰਾਰ ਕਰਕੇ ਕਰਾਰ ਤੋਂ ਭੱਜਣ ਲੱਗੇ। ਉਸ ਕਰਕੇ ਸਾਡਾ ਭਗਵੰਤ ਮਾਨ ਨਾਲ ਰੁੱਸਾ ਹੈ। ਕਰਾਰ ਕਰਕੇ ਕਰਾਰ ਤੋਂ ਭੱਜ ਗਏ। ਹਾਂ, ਕਈ ਵਾਰੀ ਇਹਨਾਂ ਨੇ ਜ਼ੋਰ ਲਾਇਆ। ਬਾਕੀ ਬੋੜਾਂ ਤੇ ਵੱਧ ਪੈਸਾ ਲੱਗ ਰਿਹਾ ਹੈ, ਮਸ਼ਹੂਰੀਆਂ ਤੇ ਵੱਧ ਪੈਸਾ ਲੱਗ ਰਿਹਾ ਹੈ। ਜ਼ਿਮੀਂਦਾਰ ਕੋਲੇ ਦਿਖਾਵਾ ਵੀ ਨਹੀਂ ਆ ਰਿਹਾ, ਥੋੜਾ ਬੜਾ ਆਉਂਦਾ ਹੈ ਉਹ ਵਿੱਚ ਹੀ ਰਹਿ ਜਾਂਦਾ। ਭਗਵੰਤ ਮਾਨ ਸਾਹਿਬ ਅੱਜ ਕੱਲ੍ਹ ਕਹਿੰਦੇ ਗੁਜਰਾਤ ਫਿਰਦੇ ਨੇ। ਉਹ ਗੁਜਰਾਤ ਫਿਰਦੇ ਨੇ ਜੀ, ਉਹਨਾਂ ਨੂੰ ਗੁਜਰਾਤ ਦੀ ਬਜਾਏ ਪੰਜਾਬ 'ਚ ਗੌਰ ਕਰਨੀ ਚਾਹੀਦਾ ਵੀ ਮੇਰੇ ਸੂਬੇ ਦਾ ਕੀ ਹਾਲ ਹੈ। ਇਹ ਬਿਲਕੁਲ ਗੱਲ ਸਾਫ਼ ਹੈ ਵੀ ਜਿਵੇਂ ਪਿਛਲੀਆਂ ਸਰਕਾਰਾਂ ਕਰਦੀਆਂ ਸੀ ਜੀ ਅਸੀਂ ਇੱਥੇ ਕੈਲੀਫੋਰਨੀਆ ਬਣਾ ਦਿਆਂਗੇ। ਪਹਿਲਾਂ ਸੁਖਬੀਰ ਬਾਦਲ ਕਹਿੰਦਾ ਹੁੰਦਾ ਸੀ ਵੀ ਇਹ ਨਹੀਂ ਕਿਹਾ ਵੀ ਅਮਰੀਕਾ ਦੀਆਂ ਕੰਪਨੀਆਂ ਨੂੰ ਪੰਜਾਬ ਵੇਚ ਦਿਆਂਗੇ। ਉਹਨਾਂ ਦਾ ਕਹਿਣ ਦਾ ਕੀ ਹੈ, ਹਾਥੀ ਦੇ ਦੰਦ ਦਿਖਾਉਣ ਦੇ ਹੋਰ, ਖਾਣ ਦੇ ਹੋਰ। ਦਿੱਲੀ ਮਾਡਲ ਲੈ ਕੇ ਆਉਣਾ। ਅਸੀਂ ਤਕਰੀਬਨ 13 ਮਹੀਨੇ ਦਿੱਲੀ 'ਚ ਹੀ ਬੈਠੇ ਰਹੇ, ਉੱਥੋਂ ਦਾ ਮਾਡਲ ਵੀ ਦੇਖ ਲਿਆ। ਹੁਣ ਕਹਿੰਦੇ ਪੰਜਾਬ ਮਾਡਲ ਹੈ ਜਿਹੜਾ ਉਹ ਕਹਿੰਦੇ ਗੁਜਰਾਤ 'ਚ ਲਾਗੂ ਕਰਨਾ। ਪੰਜਾਬ ਮਾਡਲ ਹੈ ਜਿਹੜਾ ਤੁਸੀਂ ਲਗਾਤਾਰ ਰੋਜ਼ ਸਰਵੇ ਕਰਦੇ ਹੋ, ਕਿੰਨੇ ਨੌਜਵਾਨ ਚਿੱਟੇ ਰਾਹੀਂ ਮਰ ਰਹੇ ਆ, ਕੋਈ ਚਿੱਟਾ ਬੰਦ ਨਹੀਂ ਹੋਇਆ, ਕੋਈ ਰੁਜ਼ਗਾਰ ਨਹੀਂ ਦਿੱਤਾ ਗਿਆ। ਕਹਿੰਦਾ ਸੀ ਨੌਜਵਾਨੀ ਰੁਜ਼ਗਾਰ ਮੰਗਦੀ ਹੈ। ਜਾਨੀ ਜਿੰਨੇ ਭਗਵੰਤ ਮਾਨ ਨੇ ਵਾਅਦੇ ਕੀਤੇ ਸੀ ਦੂਜੀਆਂ ਸਰਕਾਰਾਂ ਦੇ ਖਿਲਾਫ ਬੋਲਦਾ ਰਿਹਾ, ਬਿਨ ਉਸੇ ਪੁਆਇੰਟ ਤੇ ਖੜਾ ਹੈ। ਜਿਹੜੀ ਗੱਲ ਆਪਾਂ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਕਿਹਾ ਸੀ ਵੀ ਜਿਹੜੇ ਬਦਲਾਅ ਦੀ ਗੱਲ ਕਰਦੇ ਹੋ, ਜਿਹੜਾ ਬਦਲਾਅ ਭਾਲਦੇ ਹੋ ਉਹ ਵੋਟਾਂ ਰਾਹੀਂ ਨਹੀਂ ਆਉਣਾ, ਕਿਸੇ ਨੂੰ ਮਰਜ਼ੀ ਲੈ ਆਓ, ਉਹ ਕਾਰਪੋਰੇਟਾਂ ਦੀ ਦਲਾਲੀ ਕਰ ਸਕਦਾ, ਉਹ ਲੋਕਾਂ ਦੀ ਗੱਲ ਨਹੀਂ ਕਰ ਸਕਦਾ। ਕਿਉਂਕਿ ਜਿਹੜਾ ਇਹ ਸਿਸਟਮ ਹੈ, ਚਾਹੇ ਸੰਸਦ ਹੋਵੇ ਵਿਧਾਨ ਸਭਾ ਹੋਵੇ, ਇਹ ਸਿਸਟਮ ਦਾ ਰਾਜ ਪ੍ਰਬੰਧ ਦੀ ਭਰਾਵੋ ਸੰਦ ਹੈ। ਇਹ ਉਹਨਾਂ ਵਾਸਤੇ ਕੰਮ ਕਰਦਾ ਹੈ। ਇਹ ਆਮ ਲੋਕਾਂ ਦੀ ਕਿਰਤੀ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਨਹੀਂ ਚੱਕ ਸਕਦਾ। ਪਰਾਲੀ ਦੇ ਬਾਰੇ ਵਿੱਚ ਜ਼ਿਕਰ ਚੱਲਿਆ ਸੀ ਕਿ ਪਰਾਲੀ ਦੇ ਨਿਪਟਾਰੇ ਦੇ ਵਾਸਤੇ ਕੋਈ ਪੁਖਤਾ ਇੰਤਜ਼ਾਮ ਕਰਕੇ ਦਿੱਤਾ ਜਾਵੇ, ਕਿਉਂਕਿ ਧੂਆਂ ਹੁੰਦਾ ਤਾਂ ਕਾਫੀ ਜਿਹੜੇ ਮਤਲਬ ਅੱਗਾਂ ਲੱਗਣ ਨਾਲ ਨੁਕਸਾਨ ਵੀ ਹੋਏ ਨੇ ਕਈ ਲੋਕਾਂ ਦੇ। ਤਾਂ ਕੀ ਇਹਦੇ ਬਾਰੇ 'ਚ ਮੰਗ ਕੀ ਹੈ ਕਿਸਾਨਾਂ ਦੀ? ਬਿਲਕੁਲ ਸਾਫ਼ ਗੱਲ ਹੈ ਵੀ ਜਿਹੜਾ 100% ਪ੍ਰਦੂਸ਼ਣ ਹੈ ਇੱਥੇ, ਉਹਦੇ ਵਿੱਚੋਂ ਜਿਹੜਾ ਪਰਾਲੀ ਦਾ ਪ੍ਰਦੂਸ਼ਣ ਆ ਉਹ ਸਿਰਫ 6 ਤੋਂ 8% ਹੈ, ਜਿਹੜਾ ਬਹੁਤ ਵਾਰੀ ਸਿੱਧ ਕਰ ਚੁੱਕੇ ਆ। ਇਹ ਵੱਖਰੀ ਗੱਲ ਹੈ ਕਿ ਉਹ 5 7 10 ਦਿਨਾਂ ਦੇ ਵਿੱਚ ਹੋ ਜਾਂਦਾ ਹੈ। ਇਹਦੇ ਨਾਲ ਹੀ ਗੱਲ
ਅਸੀਂ ਪਹਿਲੀ ਸਰਕਾਰ ਨੂੰ ਵੀ ਹੁਣ ਵੀ ਪੁਖਤਾ ਪ੍ਰਬੰਧਾਂ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ। ਪਰਾਲੀ ਤੋਂ ਗੁੱਟਕੇ ਬਣ ਸਕਦੇ ਨੇ, ਪਰਾਲੀ ਤੋਂ ਪਲਾਈਆਂ ਬਣ ਸਕਦੀਆਂ ਨੇ, ਪਲਾਈ ਤੋਂ ਗੱਤਾ ਤਿਆਰ ਹੁੰਦਾ ਹੈ, ਪਲਾਈ ਦੇ ਬਹੁਤ ਵੱਡੇ ਜਾਨੀ ਪ੍ਰੋਜੈਕਟ ਲੱਗ ਕੇ ਉਹਨੂੰ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ। ਜਾਨੀ ਇਹਨਾਂ ਨੇ ਉਹ ਪ੍ਰਬੰਧ ਕਰਨ ਦੀ ਬਜਾਏ ਜਾਨੀ ਲੋਕਾਂ ਤੇ ਇੱਕ ਇਸ ਵਾਰ ਵੀ ਜਦੋਂ ਧਮਕੀ ਮਾਰੀ ਹੈ ਭਗਵੰਤ ਮਾਨ ਨੇ, ਕਹਿੰਦੇ ਤੁਹਾਡੇ ਜੀ ਜਿਹੜੀਆਂ ਜਮ੍ਹਾਂਬੰਦੀਆਂ ਨੇ, ਤੁਹਾਡੀਆਂ ਜ਼ਮੀਨਾਂ ਦੇ ਰਿਕਾਰਡ ਨੇ, ਉਹਨਾਂ ਤੇ ਲਾਲ ਐਂਟਰੀ ਰੈੱਡ ਐਂਟਰੀ ਮਾਰਾਂਗੇ। ਇਸ ਤਰ੍ਹਾਂ ਦੀਆਂ ਜਾਨੀ ਲੋਕਾਂ ਤੇ ਉਹ ਜਿਹੜਾ ਕਾਰਪੋਰੇਟ ਘਰਾਣਿਆਂ ਨੇ ਗੰਦ ਪਾਇਆ, ਇਹਨਾਂ ਦੀਆਂ ਫੈਕਟਰੀਆਂ ਨੇ ਚਾਹੇ ਪਾਣੀ ਧਰਤੀ ਹੇਠਲਾ ਗੰਦਾ ਕੀਤਾ ਹੈ, ਚਾਹੇ ਇੱਥੇ ਪ੍ਰਦੂਸ਼ਣ ਕੀਤਾ ਹੈ, ਜਾਨੀ ਭਰਾਵੋ ਉਹ ਲੋਕਾਂ ਸਿਰ ਮੜ ਰਹੇ ਆ, ਕਿਉਂਕਿ ਉਹਨਾਂ ਦੀ ਚਾਪਲੂਸ ਤੇ ਉਹਨਾਂ ਦੀ ਦਲਾਲ ਸਰਕਾਰ ਹੈ। ਇਹ ਵੀ ਉਹਨਾਂ ਪਹਿਲੀਆਂ ਸਰਕਾਰਾਂ ਵਾਂਗੂ ਹੀ ਇਹ ਜਾਨੀ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ। ਇਹਦੇ ਪੁਖਤਾ ਪ੍ਰਬੰਧ ਕਰਨਾ ਨਹੀਂ ਚਾਹੁੰਦੀ, ਲੋਕਾਂ ਨੂੰ ਬਦਨਾਮ ਕਰਕੇ ਇਹ ਜਿਵੇਂ ਲਗਾਤਾਰ ਫਸਲਾਂ ਖਰੀਦਣ ਤੋਂ ਭੱਜਦੇ ਨੇ। MSP ਦੀ ਗਰੰਟੀ ਕਿੱਥੇ ਗਈ, ਉਹ ਕੀ ਗੱਲ ਕਰਦੇ ਨੇ? ਮੋਦੀ ਹੈ ਚਾਹੇ ਭਗਵੰਤ ਮਾਨ ਹੈ ਚਾਹੇ ਕਾਲੀ ਹੈ ਕਾਂਗਰਸ ਹੈ, ਇਹ ਸਾਰੇ ਇੱਕ ਥਾਲੀ ਦੇ ਚੱਟੇ ਵੱਟੇ ਨੇ। ਇਹਨਾਂ ਦਾ ਮੂੰਹ ਹੈ ਜਿਹੜਾ ਉਹ ਉਧਰ ਨੂੰ ਹੈ, ਇਲੈਕਸ਼ਨ ਤੋਂ ਬਾਅਦ ਕਾਰਪੋਰੇਟਾਂ ਵੱਲ ਹੋ ਜਾਂਦਾ ਹੈ ਤੇ ਪਿੱਠ ਲੋਕਾਂ ਵੱਲ ਹੋ ਜਾਂਦੀ ਹੈ। ਇਸ ਕਰਕੇ ਕੋਈ ਵੀ ਦੋਸ਼ ਆ ਉਹ ਲੋਕਾਂ ਤੇ ਮੜਦੇ ਨੇ। ਪਰ ਅੱਛਾ, ਦੋਸ਼ਾਂ ਦੀ ਗੱਲ ਨਹੀਂ, ਪਰ ਕਿਤੇ ਨਾ ਕਿਤੇ ਕਿਸਾਨ ਵੀ ਜਿਹੜੇ ਹੈਗੇ ਸੀ ਸਿਆਸਤ ਦੇ ਵਿੱਚ ਆਏ ਤਾਂ ਉਹਦੇ ਕਰਕੇ ਮਤਲਬ ਖਾਸ ਤੌਰ ਤੇ ਹੁਣ ਲੁਕਿਆ ਤਾਂ ਕੁਝ ਨਹੀਂ ਰਿਹਾ ਸਮਾਜ ਦੇ ਵਿੱਚ। ਇਸ ਵਕਤ ਜ਼ਿਕਰ ਹੋ ਰਿਹਾ ਰਾਜੇਵਾਲ ਸਾਹਿਬ ਦਾ ਜ਼ਿਆਦਾਤਰ ਤੇ, ਤਾਂ ਰਾਜੇਵਾਲ ਸਾਹਿਬ ਜਿਹੜੇ ਹੈਗੇ ਸਿਆਸਤ ਦੇ ਵਿੱਚ ਆਏ ਤਾਂ ਕੀ ਉਸ ਤੋਂ ਬਾਅਦ ਉਹਨਾਂ ਨੂੰ ਜ਼ਿਕਰ ਕਰੋਗੇ ਕਿਸਾਨੀ ਆਗੂ ਜਾਂ ਫਿਰ ਸਿਆਸੀ ਆਗੂ? ਬਿਲਕੁਲ, ਅਸੀਂ ਇੱਥੇ 5-7 ਆਗੂ ਖੜੇ ਆ। ਸਾਡੀ ਮੱਤ ਸਾਰਿਆਂ ਦੀ ਵੱਖ-ਵੱਖ ਹੋ ਸਕਦੀ ਹੈ। ਅਸੀਂ ਸਿਸਟਮ ਨੂੰ ਸੁਧਾਰਨਾ ਚਾਹੁੰਦੇ ਆ। ਕਿਸੇ ਨੂੰ ਭੁਲੇਖਾ ਲੱਗ ਸਕਦਾ ਵੀ ਵੋਟਾਂ ਦੇ ਵਿੱਚ ਜਾ ਕੇ ਆਪਾਂ ਕੋਈ MP MLA ਬਣ ਕੇ ਵੀ ਆਪਾਂ ਇਹ ਸਿਸਟਮ ਨੂੰ ਸੁਧਾਰ ਸਕਦੇ ਆ, ਪਰ ਉਗਰਾਹਾਂ ਜਥੇਬੰਦੀ ਦੀ ਨੀਤੀ ਸਾਫ਼ ਹੈ ਵੀ ਬਿਲਕੁਲ ਜੇ ਸਾਡੇ ਭਗਤ ਸਰਾਭਿਆਂ ਨੇ ਅੰਗਰੇਜ਼ਾਂ ਨੂੰ ਕੱਢਿਆ ਇੱਥੋਂ, ਜਾਂ ਮੁਗਲ ਸਾਮਰਾਜ ਦੀ ਜੜ ਪੱਟੀ ਆ ਸਾਡੇ ਗੁਰੂਆਂ ਨੇ 10 ਗੁਰੂ ਲੜੇ ਨੇ ਲਗਾਤਾਰ, ਨਾ ਉਹ MP ਬਣੇ ਨੇ ਨਾ ਉਹ MLA ਬਣੇ ਨੇ। ਜੇ ਅੱਜ ਤੱਕ ਅਸੀਂ ਪੰਜਾਬ ਦੇ ਇੱਕ ਬਹੁਤ ਜਾਣੀ ਮੋਹਰੀ ਸੂਬਾ ਸੰਘਰਸ਼ਾਂ ਦਾ ਕਹਿੰਦੇ ਆ, ਜੋ ਵੀ ਹਾਸਲ ਕੀਤਾ, ਜੋ ਵੀ ਪਾਇਆ, ਜੋ ਸਾਡੀ ਆਨ ਸ਼ਾਨ ਹੈ, ਇਹ ਸੰਘਰਸ਼ਾਂ ਕਰਕੇ ਹੈ, ਇਹ ਲੜਾਈ ਕਰਕੇ ਹੈ। ਇਸ ਕਰਕੇ ਅਸੀਂ ਉਹ ਸੰਘਰਸ਼ਾਂ ਤੇ ਟੇਕ ਰੱਖਦੇ ਆ। ਜੇ ਲੋਕਾਂ ਦਾ ਭਲਾ ਹੋਣਾ ਜਾਂ ਲੋਕਾਂ ਨੂੰ ਅੱਜ ਤੱਕ ਮਿਲਣਾ ਕੁਝ ਜਾਂ ਮਿਲਿਆ, ਉਹ ਸੰਘਰਸ਼ਾਂ ਦੇ ਜ਼ੋਰ ਤੇ ਮਿਲਿਆ। ਇਹ ਵੋਟ ਸਿਸਟਮ ਹੈ ਜਿਹੜਾ ਇਹ ਉਹਨਾਂ ਦੇ ਸੰਦ ਹੈ, ਇਹ ਮੈਂ ਪਹਿਲਾਂ ਵੀ ਬਿਆਨ ਕਰ ਚੁੱਕਾ। ਅੱਛਾ, ਇਸ ਤੋਂ ਇਲਾਵਾ ਕਹਿੰਦੇ ਜਿਹੜਾ ਕਿਸਾਨੀ ਅੰਦੋਲਨ ਦਿੱਲੀ ਚੱਲਦਾ ਸੀ, ਮੇਰੇ ਖਿਆਲ 'ਚ ਸਾਰੇ ਦੇਖ ਹੀ ਰਹੇ ਹੋਣਗੇ, ਪਿਛਲੇ ਪਾਸੇ ਜਿਹੜਾ ਇਸ ਵਕਤ ਬੋਰਡ ਲੱਗਿਆ ਹੋਇਆ ਉਹ ਵੀ ਦਿੱਲੀ ਚਲੋ ਦੇ ਬਾਰੇ 'ਚ ਇੱਕ ਨਾਰਾ ਲਗਾਇਆ ਗਿਆ ਸੀਗਾ। ਤਾਂ ਕਿਸਾਨੀ ਅੰਦੋਲਨ ਜਿਹੜਾ ਦਿੱਲੀ 'ਚ ਚੱਲਿਆ ਸੀ, ਉਹ ਕਹਿੰਦੇ ਕੁਝ ਜਲਦਬਾਜ਼ੀ ਕਰਤੀ ਕਿਸਾਨਾਂ ਨੇ, ਉਹਨੂੰ ਜਲਦੀ ਖਤਮ ਕਰਤਾ। ਨਹੀਂ, ਜਲਦਬਾਜ਼ੀ ਤਾਂ ਨਹੀਂ ਜੀ ਕਹਿ ਸਕਦੇ, ਜਲਦਬਾਜ਼ੀ ਤਾਂ ਨਹੀਂ ਕਹਿ ਸਕਦੇ। ਜਲਦਬਾਜ਼ੀ ਦਾ ਤਾਂ ਕਹੀਏ ਜੀ ਇਹ ਇੱਕ ਦਾ ਮਸਲਾ ਹੋਵੇ। ਅੱਛਾ ਜੀ। ਕਿਸਾਨ ਯੂਨੀਅਨਾਂ ਵੀ ਬਹੁਤ ਜ਼ਿਆਦੇ ਨੇ, ਉੱਥੇ ਇਕੱਠ ਵੱਡਾ ਸੀਗਾ, ਉਹਦੇ ਕਰਕੇ ਕੋਈ ਨਾ ਕੋਈ ਗੱਲ ਤੇ ਤਾਂ ਕਿਸੇ ਤੇ ਵਿਸ਼ਵਾਸ ਕਰਨਾ ਹੀ ਪਊ ਨਾ, ਕਦੇ ਤਾਂ ਕਿਸੇ ਗੱਲ ਤੇ ਖੜਨਾ ਹੀ ਪਊਗਾ। ਇਹਨਾਂ ਨੇ ਜਲਦਬਾਜ਼ੀ ਨਹੀਂ ਕਰੀ, ਸਰਕਾਰ ਨੂੰ ਕਾਹਲੀ ਤੀ, ਖੜਨਾ ਤਾਂ ਸਰਕਾਰ ਨੇ ਤੀ ਆਪਦੀ ਜ਼ਬਾਨ। ਸਰਕਾਰ ਤਾਂ ਪਿਛਲੇ 1.5 ਸਾਲ ਤੋਂ ਕਹਿੰਦੀ ਆ ਰਹੀ ਸੀ ਕਿ ਫਿਰ ਕਿਸਾਨਾਂ ਨੇ ਤਾਂ ਆਪਦੀ ਮਰਜ਼ੀ ਹੀ ਕਰਨੀ ਸੀ। 11 ਮੀਟਿੰਗਾਂ ਹੋਈਆਂ ਤੋਮਰ ਦੇ ਨਾਲ, 11 ਮੀਟਿੰਗਾਂ ਹੋਈਆਂ ਤੋਮਰ ਦੇ ਨਾਲ, ਉਹਦੇ ਵਿੱਚ ਵੀ ਕਿਸਾਨਾਂ ਨੇ ਸਿਰਫ ਆਪਣੀ ਗੱਲ ਜਿਹੜੀ ਕਿ ਰੱਖੀ ਕਿ ਆਹ ਸਹੀ ਹੈ ਤੇ ਆਹ ਗਲਤ ਹੈ। ਤਾਂ ਫਿਰ ਇਹਦਾ ਮਤਲਬ ਹੈ ਕਿਸਾਨਾਂ ਨੇ ਸਰਕਾਰ ਦੀ ਗੱਲ ਮੰਨ ਲਈ ਤੇ ਉੱਠ ਕੇ ਆ ਗਏ। ਚਲੋ ਅਸੀਂ ਜਾਂ ਜਲਦਬਾਜ਼ੀ ਕੀਤੀ ਹੈ ਜਾਂ ਕਿਵੇਂ ਰੱਖ ਲਓ, ਇਹਦਾ ਕੋਈ ਮਾਇਨੇ ਨਹੀਂ ਰੱਖਦੀ ਗੱਲ। ਬਹੁਤ ਵੱਡੀ ਗੱਲ, ਜੇ ਸਾਡੀ 80-85 ਸਾਲ ਦੀ ਮਾਤਾ ਨੂੰ, ਬਜ਼ੁਰਗਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਸਾਡਾ ਦੁਸ਼ਮਣ ਕੌਣ ਹੈ, ਇਹ ਜਿਹੜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਨੇ ਇਹ ਤਾਂ ਸਿਰਫ ਉਹਨਾਂ ਦੇ ਮੋਹਰੇ ਲਾਏ ਹੋਏ ਦਲਾਲ ਨੇ। ਜਿੱਥੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲੱਗਿਆ, ਜਿੱਥੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਸੰਘਰਸ਼ ਦਾ ਰਾਹ ਪਏ, ਇਸ ਅੰਦੋਲਨ ਦਾ ਸਾਥ ਦਿੱਤਾ, ਉੱਥੇ ਭਰਾਵੋ ਵੱਡਾ ਏਕਾ ਕਰਨ 'ਚ ਕਾਮਯਾਬ ਹੋਏ। ਉਹਦੇ ਵਾਸਤੇ ਇੱਕ ਸਾਡੀ ਬਹੁਤ ਵੱਡੀ ਜਿੱਤ ਹੈ ਵੀ ਜਦੋਂ ਜਾ ਕੇ ਅਸੀਂ ਮੋਰਚਾ ਲਾਇਆ, ਉਦੋਂ ਵੀ 32-33 ਪੰਜਾਬ ਦੀਆਂ ਜਥੇਬੰਦੀਆਂ ਤੇ ਬਾਹਰਲੇ ਸਟੇਟਾਂ ਦੀਆਂ ਸਾਰੀਆਂ ਜਥੇਬੰਦੀਆਂ ਉਦੋਂ ਵੀ ਇੱਕ ਸੀ। ਜਦੋਂ ਇਹ ਕਾਨੂੰਨ ਰੱਦ ਕਰਾ ਕੇ ਵਾਪਸ ਆਏ ਆ ਉਦੋਂ ਵੀ ਇੱਕ ਸੀਗੇ, ਤੇ ਜਿਹਦੇ ਅੱਜ ਵੀ ਜਾਣੀ ਲੋੜ ਬਣਦੀ ਆ ਵੱਡੀ ਗਿਣਤੀ ਜਥੇਬੰਦੀਆਂ ਇੱਕ ਹੀ ਨੇ। ਸਾਰੀਆਂ ਲੜਨ ਦਾ ਤਰੀਕਾ ਅੱਡ-ਅੱਡ ਹੋ ਸਕਦਾ, ਸਾਡਾ ਮਿਸ਼ਨ ਸਾਰਿਆਂ ਦਾ ਇੱਕ ਹੈ। ਜਿਹੜੀ ਜਾਤਾਂ ਗੋਤਾਂ ਧਰਮਾਂ ਨਾਂ ਤੇ ਪਾੜ ਕੇ ਸਾਨੂੰ ਰਾਜ ਕਰਦੇ ਆ, ਜਦੋਂ ਅਸੀਂ ਸਾਰੇ ਇੱਕ ਗੱਲ ਨੂੰ ਲੈ ਕੇ ਕਿਸਾਨ ਮਜ਼ਦੂਰ ਜਾਣੀ ਧਰਮਾਂ ਜਾਤਾਂ ਗੋਤਾਂ ਤੋਂ ਉੱਪਰ ਉੱਠ ਕੇ ਲੜਦੇ ਆ, ਸਭ ਤੋਂ ਵੱਡੀ ਪੀੜ ਮੋਦੀ ਨੂੰ ਇਸ ਗੱਲ ਦੀ ਹੈ। ਉਸ ਵਾਸਤੇ ਅਸੀਂ ਉਹ ਜਿਹੜਾ 1 ਸਾਲ ਸਕੂਲ ਲਾਇਆ ਦਿੱਲੀ ਦੇ ਵਿੱਚ, ਉਹ ਤੋਂ ਬਹੁਤ ਕੁਝ ਸਿੱਖ ਕੇ ਆਏ ਆ, ਬਹੁਤ ਵੱਡਾ ਲੜਨ ਦਾ ਤਰੀਕਾ ਸਿੱਖ ਕੇ ਆਏ ਆ। ਤੁਹਾਨੂੰ ਲੱਗਦਾ ਹੋਊ ਕਿਸੇ ਉਸ ਅੰਦੋਲਨ ਤੋਂ ਪਹਿਲਾਂ ਆਏ ਕਿਤੇ ਵੱਡਾ ਮੋਰਚਾ ਲੱਗਿਆ ਹੋਵੇ ਮੁੱਖ ਮੰਤਰੀ ਦੇ ਬਾਹਰ 'ਚ, ਇਹ ਤਾਂ ਲੋਕ ਸਿੱਖ ਰਹੇ ਨੇ। ਆਉਣ ਵਾਲੇ ਸਮੇਂ 'ਚ ਜਿੱਦਾਂ ਇਹ
ਆਨਾਕਾਨੀ ਕਰਦੇ ਨੇ, ਮੰਗਾਂ ਨਹੀਂ ਮੰਨਦੇ ਨੇ। ਅੰਦੋਲਨ ਕਿੱਥੇ ਖੜ ਗਿਆ? ਅੰਦੋਲਨ ਚੋਂ ਸਿੱਖ ਕੇ ਕੀ ਆਏ? ਇਹ ਜਿੰਨੇ ਘੋਲ ਲੜਦੇ ਨੇ ਉਹਦੇ ਚੋਂ ਲੋਕ ਐਕਟਿਵ ਹੋ ਰਹੇ ਨੇ, ਭਰਾਵੋ ਸਮਝ ਰਹੇ ਨੇ। ਤੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਆਪਣੇ ਕਹਿੰਦੇ ਨੇ ਕਿ ਭਾਰਤੀ ਕਿਸਾਨ ਏਕਤਾ ਉਗਰਾਹ ਦੀ, ਤਾਂ ਉਹ ਮੀਟਿੰਗ ਪੂਰੀ ਹੋ ਚੁੱਕੀ ਹੈ? ਮੈਂ ਲੇਟ ਆਇਆ ਪਿੰਡ ਤੋਂ ਥੋੜਾ ਜਿਹਾ, ਉਹ ਮੀਟਿੰਗ ਹਜੇ ਚੱਲ ਰਹੀ ਆ, ਹਾਲੇ ਚੱਲ ਰਹੀ ਹੈ। ਵੇਟ ਕਰਦੇ ਆ। ਇਹ ਆਪਣੇ ਸਟੇਜ ਤੇ ਆ ਕੇ ਅਨਾਉਂਸ ਕਰਨਗੇ ਜਿਹਦੇ ਦਾ ਵੀ ਮੀਟਿੰਗ ਦੇ ਵਿੱਚ ਫੈਸਲਾ ਹੋਊਗਾ। ਉਹ ਪਿੰਡ ਪੱਧਰੇ ਕਿਸਾਨ ਮਜ਼ਦੂਰ ਜਿਹੜੇ ਬਲਾਕਾਂ ਦੇ, ਜ਼ਿਲ੍ਹਿਆਂ ਦੇ, ਪਿੰਡਾਂ ਦੇ ਪ੍ਰਧਾਨ ਸਕੱਤਰ ਗਏ ਹੋਏ ਆ। ਸਟੇਟ ਨੂੰ ਪਤਾ, ਸਟੇਟ ਤੇ ਬੋਲਣਗੇ ਆ ਕੇ ਪੱਕਾ, ਅੱਛਾ। ਸਾਰੀ ਗੱਲ ਦੱਸਣਗੇ, ਤੁਹਾਨੂੰ ਹੀ ਪਤਾ ਲੱਗੂਗਾ। ਤੇ ਭਗਵੰਤ ਮਾਨ ਦੇ ਵੱਲੋਂ ਆ 3 ਦਿਨਾਂ ਦੇ ਵਿੱਚ ਜਾਂ ਉਹਨਾਂ ਦੇ ਵੱਲੋਂ ਕੋਈ ਆਪਣਾ ਜਿਹੜਾ ਖੈਰ ਖਵਾ ਜਾਂ ਕੋਈ ਆਪਣਾ ਕੋਈ ਬੰਦਾ ਭੇਜਿਆ ਹੋਵੇ? ਇਸ ਗੱਲ ਦਾ ਸਾਨੂੰ ਖਬਰ ਦਾ ਨਹੀਂ ਪਤਾ ਜੀ, ਅੱਛਾ ਜੀ। ਵੱਡੇ ਲੀਡਰਾਂ ਨੂੰ ਪਤਾ ਹੋ ਸਕਦਾ। ਅਸੀਂ ਇਹ ਤੋਂ ਅਣਜਾਣ ਆ, ਅਸੀਂ ਅੱਜ ਹੀ ਹੁਣੇ ਆਏ ਆ। ਅੱਛਾ, ਇਸ ਤੋਂ ਇਲਾਵਾ ਪਹਿਲਾਂ ਦੀਆਂ ਸਰਕਾਰਾਂ ਦੇ ਜਿਵੇਂ ਹਾਲਾਤ ਰਹੇ ਨੇ, ਇਸ ਤੋਂ ਪਹਿਲਾਂ ਰਹੇ ਮਤਲਬ ਹੁਣ ਤਾਂ ਭਗਵੰਤ ਮਾਨ, ਇਸ ਤੋਂ ਪਹਿਲਾਂ ਕੈਪਟਨ ਰਹੇ, ਕੈਪਟਨ ਦੇ ਨਾਲ ਨਾਲ ਚੰਨੀ ਰਹੇ, ਉਹਨਾਂ ਦੇ ਵਕਤ 'ਚ ਹਾਲਾਤ ਕਿਵੇਂ ਸੀਗੇ? ਉਹਨਾਂ ਦੇ ਵਕਤ ਵੀ ਹਾਲਾਤ ਇਹੀ ਸੀ ਸੇਮ। ਉਹਨਾਂ ਨੂੰ 2-2.5 ਸਾਲ ਡੀਕਿਆ, ਜਿਹੜੇ ਕੈਪਟਨ ਨੇ ਸੌਹਾਂ ਖਾਧੀਆਂ ਸੀ ਵੀ ਕਰਜ਼ੇ ਮਾਫ ਕਰਨੇ ਆ, ਤੁਹਾਡੀਆਂ ਫਸਲਾਂ ਵਿਕਣਗੀਆਂ, ਪੂਰੀ ਰਕਮ ਦੇਵਾਂਗੇ, ਪੂਰੇ ਰੇਟਾਂ ਤੇ ਖਰੀਦਾਂਗੇ, ਇਹੋ ਜਿਹੇ ਲੁਭਾਉਣੇ ਨਾਅਰੇ ਲਾਏ ਸੀ। ਲੋਕਾਂ ਨੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਹੈ। ਇਸ ਕਰਕੇ ਵੀ ਲੋਕ ਜਿਹੜੇ ਆਹ ਸੰਘਰਸ਼ਾਂ ਦੇ ਵਿੱਚ, ਅੰਦੋਲਨਾਂ ਦੇ ਵਿੱਚ ਅਵੇਅਰ ਹੋ ਗਏ। ਲੋਕਾਂ ਨੇ ਇਹਨਾਂ ਦੀ ਨੀਤੀ ਸਾਫ਼ ਦੇਖ ਲਈ ਵੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਤੁਹਾਡਾ ਹੈ, ਮੈਂ ਤਾਂ ਆਮ ਲੋਕਾਂ ਦੇ ਪਰਿਵਾਰਾਂ ਚੋਂ ਹਾਂ। ਇਹ ਜਰਮਨ ਦੇ ਵਿੱਚ ਜਾ ਕੇ BW ਵਾਲਿਆਂ ਦੀ, BWM ਆ ਕਾਰਾਂ ਦੀ ਕੰਪਨੀ, ਉਹਦੇ ਨਾਲ ਸਮਝੌਤਾ ਕਰਦਾ ਹੈ। ਜੇ ਪੰਜਾਬ ਨੂੰ ਸਾਫ਼ ਪਾਣੀ ਦੇਣ ਦੀ ਗੱਲ ਕਰਦੇ ਆ ਤਾਂ ਇਹ ਇਜ਼ਰਾਈਲ ਦੀ ਕੰਪਨੀ ਨਾਲ ਗੱਲ ਕਰਦਾ ਹੈ। ਜਾਣੀ ਇੱਥੋਂ ਸਿੱਧ ਹੋ ਗਿਆ 2-4 ਮਹੀਨਿਆਂ ਦੇ ਵਿੱਚ ਵੀ ਇਹ ਉਹਨਾਂ ਦਾ ਵੀ ਪਿਓ ਨਿਕਲੂ, ਉਹਨਾਂ ਨੂੰ ਚੰਗਾ ਖਵਾ ਕੇ ਜਾਊਗਾ। ਜਿਵੇਂ ਉਹ ਗੱਲ ਹੁੰਦੀ ਆ ਵੀ ਜਿਹੜਾ ਮਰਨ ਤੋਂ ਬਾਅਦ ਮੇਰਾ ਪਿਓ ਕਹਿੰਦਾ ਸੀ ਮੈਨੂੰ ਚੰਗਾ ਖਵਾ ਦਿਓ, ਇਹ ਉਸ ਨੀਤੀ ਚੋਂ ਹੀ ਆ। ਆਪਾਂ ਪਹਿਲਾਂ ਵੀ ਪੂਰੇ ਜ਼ੋਰ ਨਾਲ ਕਹਿੰਦੇ ਰਹੇ ਆ, ਅੱਜ ਲੋਕਾਂ ਨੂੰ ਉਹ ਬਦਲਾਅ ਵਾਲੀ ਗੱਲ ਸਾਹਮਣੇ ਆ ਗਈ। ਲੋਕ ਸੰਘਰਸ਼ਾਂ ਤੇ ਟੇਕ ਰੱਖਦੇ ਨੇ। ਪਰ ਲੋਕਾਂ ਨੇ ਵੋਟਾਂ ਪਾਉਣ ਟਾਈਮ ਕਿਹਾ ਸੀਗਾ ਵੀ ਅਸੀਂ ਬਦਲਾਅ ਨੂੰ ਵੋਟ ਪਾਈ, ਅਸੀਂ ਕਿਸੇ ਭਗਵੰਤ ਮਾਨ ਨੂੰ ਨਹੀਂ ਪਾਈ, ਕਿਸੇ ਆਮ ਆਦਮੀ ਪਾਰਟੀ ਨੂੰ, ਪਰ ਬਦਲਾਅ ਨੂੰ ਪੈ ਗਈ। ਬਹੁਤ ਵੱਡਾ ਭੁਲੇਖਾ ਹੈ, ਕਈ ਵਾਰੀ ਸਾਨੂੰ ਵੀ ਲੱਗ ਜਾਂਦਾ ਹੁੰਦਾ, ਪਰ ਅਸੀਂ ਤਾਂ ਇਸ ਗੱਲ ਤੋਂ ਬਹੁਤ ਪਹਿਲਾਂ ਵੀ ਨਿਰਪੱਖ ਹਾਂ, ਅੱਜ ਵੀ ਨਿਰਪੱਖ ਹਾਂ। ਵੋਟਾਂ ਰਾਹੀਂ ਭਰਾਵੋ ਬਦਲ ਨਹੀਂ ਆਉਣਾ, ਇਹ ਲੜਾਈ ਦੇ ਰਾਹ ਪੈ ਕੇ ਹੀ ਆਉਣਾ, ਸੰਘਰਸ਼ਾਂ ਦੇ, ਅੰਦੋਲਨਾਂ ਦੇ ਸਿਰ ਤੇ ਹੀ ਬਦਲ ਆਉਣਾ, ਤਾਂ ਹੀ ਲੋਕਾਂ ਦੀ ਜੇ ਸੰਘਰਸ਼ ਦੇ ਰਾਹ ਹੀ ਮਤਲਬ ਅਖਤਿਆਰ ਕਰਕੇ ਸਾਰਾ ਕੁਝ ਸਹੀ ਹੋਣਾ, ਤਾਂ ਫਿਰ ਲੱਗਦਾ ਹੈ ਕਿ ਸਰਕਾਰਾਂ ਦੀ ਜ਼ਰੂਰਤ ਨਹੀਂ ਸਾਨੂੰ। ਫਿਰ ਸਰਕਾਰਾਂ ਦੀ ਜ਼ਰੂਰਤ ਪੈਂਦੀ ਆ ਜੀ, ਪਊਗੀ, ਪਰ ਸਾਡੇ ਪ੍ਰਧਾਨ ਦਾ ਸਾਨੂੰ ਸਮਝਾਇਆ ਹੋਇਆ, ਜਦੋਂ ਸਾਡੀ ਜਨਤਾ, ਭਾਈਚਾਰਾ ਸਾਡਾ ਸਾਰਾ ਸਿਆਣਾ ਹੋ ਗਿਆ, ਜਦੋਂ ਉਹਨਾਂ ਨੂੰ ਪੂਰੀ ਸਮਝ ਆ ਗਈ, ਉਦੋਂ ਸਰਕਾਰ ਬਣੂਗੀ, ਫੇਰ ਸੁਧਾਰ ਹੋਊਗਾ। ਹਲੇ ਅਸੀਂ ਇਹ ਸੋਚਦੇ ਹਾਂ ਵੀ ਸਾਡੀ ਜਨਤਾ ਪੂਰੀ ਸਿਆਣੀ ਹੋਈ ਨਹੀਂ। 92 MLA ਆਪਣੀ ਮਰਜ਼ੀ ਦੇ ਨਾਲ ਚੁਣਨ ਤੋਂ ਬਾਅਦ ਵੀ ਹਲੇ ਲੱਗਦਾ ਹੈ ਕਿ ਸ਼ਾਇਦ ਸਾਡੇ ਤੋਂ ਕੁਝ ਨਾ ਕੁਝ ਕੱਚ ਰਹਿ ਗਈ। ਸਾਤੋਂ ਕੱਚ ਨਹੀਂ ਰਹੀ ਜੀ, ਕਿਤੋਂ ਰਹੀ ਹੈ? ਅਸੀਂ ਤਾਂ ਉਸੇ ਗੱਲ ਤੀਆਂ ਪੁਰਾਣੀ ਤੇ। ਕਿਹੜੀ ਪੁਰਾਣੀ ਗੱਲ ਤੇ? ਜਿਹੜੀ ਤੇ ਅਸੀਂ ਕਹਿੰਦੇ ਵੀ ਸੰਘਰਸ਼ ਨਾਲ ਹੀ ਕੰਮ ਚੱਲੂਗਾ। ਉਹੀ ਕਹਿ ਰਿਹਾ ਵੀ ਫਿਰ ਸੰਘਰਸ਼ ਦੇ ਨਾਲ ਹੀ ਅਗਰ ਚੱਲਣਾ ਤਾਂ ਫਿਰ ਸਰਕਾਰ ਦੀ ਜ਼ਰੂਰਤ ਨਹੀਂ। ਜਿਹੜਾ ਤੁਸੀਂ ਸਾਤੋਂ ਸਵਾਲ ਪੁੱਛਦੇ ਹੋ ਵੀ ਸਰਕਾਰ ਸੋਨੇ ਬਦਲਤੀ, ਜੀ ਸਰਕਾਰ ਬਦਲਦਾ ਜਦੋਂ ਉਹ ਦੇਖ ਲਿਆ ਬਲਦਾਰ ਨੂੰ ਭੱਜੀ ਦੁਨੀਆ, ਫਿਰ ਹੋਰ ਉਹਨਾਂ ਕੋਲੇ ਕੋਈ ਰਾਹ ਹੀ ਨਹੀਂ ਸੀ। ਬਲਦਾਰ ਕਰਤਾ, ਬਲਦਾਰ ਕਰਕੇ ਜਿਹੜੇ ਇਹ ਬੰਦੇ ਆਏ ਨੇ ਇਹਨਾਂ ਦੇ ਕਿਹੜਾ ਕੋਈ ਮੀਟਰ ਲੱਗਿਆ ਹੈ ਦੀ ਵੀ ਕਿੰਨੇ ਕੁ ਇਮਾਨਦਾਰ ਨੇ, ਕਿੰਨੇ ਕੁ ਸਾਫ਼ ਚੱਲਣਗੇ, ਉਹ ਚ ਕੱਚ ਰਹਿੰਦੀ ਹੈ ਜੀ। ਬੰਦੇ ਉਹੀ ਵਿੱਚ ਆ ਕੇ ਵੜ ਜਾਂਦੇ ਨੇ। ਆਪਾਂ ਗੱਲ ਕੀਤੀ ਆ ਭਗਵੰਤ ਮਾਨ ਤੋਂ, ਹੁਣ ਆਪਾਂ ਨਾਲ ਦੀ ਨਾਲ ਅੱਗੇ ਕੈਪਟਨ ਦੀ ਵੀ ਕਰ ਲਈ। ਚਰਨਜੀਤ ਚੰਨੀ ਬਾਰੇ ਕੀ ਖਿਆਲ ਹੈ? ਉਹਨੇ ਵੀ ਖਾਸੇ ਐਲਾਨ ਕੀਤੇ ਸੀਗੇ ਕਿਸਾਨਾਂ ਵਾਸਤੇ, ਕਹਿੰਦੇ ਕਰਜ਼ੇ ਮਾਫ ਕਰ ਦਾਂਗੇ, ਤੁਹਾਡੇ ਫਲਾਨੀਆਂ ਜਿਹੜੀ ਜ਼ਰੂਰਤਾਂ ਉਹ ਪੂਰੀਆਂ ਕਰ ਦਾਂਗੇ। ਹੋਈਆਂ? ਗੱਲ ਤਾਂ ਇਹ ਆ ਵੀ ਜੇ ਪਿੰਡ ਦਾ ਪੰਚਾਇਤ ਮੈਂਬਰ ਵੀ ਬਣ ਜੇ, ਉਹ ਲੋਕਾਂ ਦੀ ਗੱਲ ਨਹੀਂ ਕਰਦਾ ਹੁੰਦਾ, ਉਹ ਤਾਂ ਕਹਿੰਦਾ MLA ਸਾਹਿਬ ਨੇ ਕਿਹਾ ਪੰਚਾਇਤ ਇੱਧਰ ਮਤਾ ਪਾਊਗੀ। ਅੱਛਾ। ਤੇ ਜੰਨੀ ਤਾਂ ਇਹਨਾਂ ਦਾ ਸੀਗਾ MLA, ਉਹਨੂੰ ਤਾਂ ਰਾਤੇ ਰਾਤ ਸੁੱਤੇ ਪਏ ਨੂੰ ਜਿਹੜਾ CM ਦਾ ਚਿਹਰਾ ਡਿੱਗ ਪਿਆ, ਉਹਨੂੰ ਤਾਂ ਪਤਾ ਹੀ ਨਹੀਂ ਲੱਗਿਆ। ਉਹਦਾ ਲੋਕਾਂ ਨੂੰ ਕਹਿੰਦਾ ਰਿਹਾ ਮੈਂ ਮੰਜਾ ਬੁਣ ਲੈਣਾ ਜੀ, ਮੈਂ ਬੱਕਰੀ ਚੋਹ ਲੈਣਾ ਜੀ, ਜੇ ਮੈਂ ਪੱਠੇ ਵੱਢ ਕੇ ਦੇਖ ਲਓ। ਹੁਣ ਆਪਾਂ ਉਹਦੀ ਮੱਤ ਦੇਖ ਲੈਂਦੇ ਆ ਵੀ CM ਦਾ ਇਹ ਕੰਮ ਹੈ, ਤੇ ਉਹੋ ਜਿਹੇ ਹਾਲਾਤਾਂ 'ਚ ਹੀ ਉਹ ਜਿੰਨਾ ਕੁ ਟਾਈਮ ਲਾ ਗਿਆ, ਜਾਣੀ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਮੋਟਾ ਮਾਲ ਆਉਂਦਾ ਮਲਾਈ, ਉਹਦੇ ਨਾਲ ਉਹ ਬਹੁਤ ਕੁਝ ਜਮ੍ਹਾਂ ਕਰ ਗਿਆ। ਜਦੋਂ ਉਹਦੀ ਕੋਈ ਵੀਕ ਪੁਆਇੰਟ ਮਾੜਾ ਜਿਹਾ ਫੜਦਾ, ਹੁਣ ਬਾਹਰਲੇ ਮੁਲਕ 'ਚੋਂ ਆਉਂਦਾ ਨਹੀਂ, ਕਹਿੰਦਾ ਮੈਂ ਤਾਂ ਇੱਥੇ ਹੀ ਆ ਜੀ, ਫੋਨ ਤੇ ਹੁੰਨਾ ਮੈਂ 24 ਘੰਟੇ। ਲੋਕਾਂ ਨੇ ਕਾਰ ਹੀ ਫੋਨ ਜੋਗਾ ਦਿੱਤਾ, ਜਿੱਥੇ ਸੁਖਵੀਰ ਬਾਦਲਾਂ ਦਾ ਸੀ ਵੀ ਇਹ ਤਾਂ ਵਿਹਲਿਆਂ ਦਾ ਕੰਮ ਹੈ। ਆਉਂਦਾ ਕਿਉਂ ਨਹੀਂ ਚੰਨੀ ਇੱਥੇ? ਆਉਂਦਾ ਕਿਉਂ ਨਹੀਂ? ਆਵੇ ਕਿਵੇਂ? ਲੋਕ ਸਵਾਲ ਕਰਨਗੇ ਵੀ ਤੂੰ ਕੀ ਕੀਤਾ, ਕਾਂਗਰਸ ਨੇ ਕੀ ਕੀਤਾ। ਜਾਣੀ ਇਹ ਸਾਰੇ ਲਿਪ ਪੋਚ ਕੇ ਗੱਲ ਲੈ ਕੇ ਆਉਂਦੇ ਆ, ਜਿਹੜੀ ਗੱਲ ਦੀ ਆ ਵੱਡੀ ਲੜਾਈ ਲੜ ਰਹੇ ਆ। ਚਰਨਜੀਤ ਚੰਨੀ ਵੇਲੇ ਜਿਹੜੇ ਬੋਰਡ ਲੱਗੇ ਵੀ ਮੈਂ ਜੀ ਕਿਸਾਨਾਂ ਨੂੰ 3 ਫੁੱਟ ਤੱਕ ਮਿੱਟੀ ਪੱਟਣ ਦੀ ਇਜਾਜ਼ਤ ਦਿੰਨਾ, ਭਲਾ ਪੁੱਛਣ ਵਾਲਾ ਹੋਵੇ ਵੀ ਇਹ ਜ਼ਮੀਨ ਤੇਰੇ ਪਿਓ ਦੀ ਹੈ, ਇਹ ਤੂੰ ਇਜਾਜ਼ਤ ਦਿੰਦਾ? ਇਹ ਤਾਂ ਅਸੀਂ ਕਹਿੰਦੇ ਵੀ ਧਰਤੀ ਵੀ ਸਾਡੀ ਆ, ਧਰਤੀ ਹੇਠਲੇ ਖਣਿਜ ਪਦਾਰਥ, ਸੋਮੇ, ਪਾਣੀ ਵੀ ਸਾਡਾ। ਉਹ ਜਾਣੀ ਇਹ ਨਾਰਾ ਦੇ ਕੇ ਬੋਰਡ ਲਾ ਕੇ ਲੋਕਾਂ ਨੂੰ ਇਹ ਜਣਾਉਣਾ ਚਾਹੁੰਦਾ ਸੀ
ਵੀ ਦੇਖੋ ਸਰਕਾਰ ਦੀ ਜ਼ਮੀਨ ਹੈ, ਅਸੀਂ ਤੁਹਾਨੂੰ ਇਜਾਜ਼ਤ ਦੇਤੀ, ਕਹਿੰਦਾ 3 ਮਿੱਟੀ ਪੱਟਣ ਦੀ। ਉਹ ਜਿਹੜੀ ਗੱਲ ਹੀ ਨਹੀਂ ਬਣਦੀ ਕੋਈ, ਇਹੋ ਜਿਹਾ ਕੁਛ ਹੀ ਕਰਦੇ ਆ ਸਾਰੇ। ਇਹ ਉਹਨਾਂ ਦੇ ਹੀ ਨੇ, ਉਹਨਾਂ ਦੇ ਸਕੇ ਨੇ, ਚਾਹੇ ਚੰਨੀ ਬਣਾ ਲਓ, ਚਾਹੇ ਮੰਨੀ ਬਣਾ ਲਓ, ਚਾਹੇ ਕੋਈ ਲੈ ਆਓ, ਇਹਨਾਂ ਨੇ ਉਹਨਾਂ ਦੀ ਕੋਈ ਗੱਲ ਕਰਨੀ ਹੈ। ਸੁਖਬੀਰ ਬਾਦਲ ਦੀ ਸਰਕਾਰ ਦੇ ਟਾਈਮ 'ਚ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਦੇ ਟਾਈਮ 'ਚ ਕੀ ਹਾਲਾਤ ਲੱਗੇ? ਉਸ ਵਕਤ ਹਾਲਾਤ ਸਹੀ ਸੀ ਕਿਸਾਨਾਂ ਦੇ? ਹਾਲਾਤ ਤਾਂ ਉਦੋਂ ਵੀ ਬਹੁਤ ਮਾੜੇ ਆ। ਚਿੱਟਾ ਵਰਗਾ ਨਸ਼ਾ ਜਿਹੜਾ ਉਹਨਾਂ ਦੀ ਸਰਕਾਰ 'ਚ ਹੀ ਆਇਆ, ਤੇ ਗਾ ਕੈਪਟਨ ਕਹਿੰਦਾ ਸੀ ਹਫ਼ਤੇ 'ਚ ਲੱਕ ਤੋੜ ਦੂੰ, ਲਗਾਤਾਰ ਅੱਜ ਤੱਕ ਵੀਡੀਓ ਚੱਲਦੀ ਹੈ। ਇਹਨਾਂ ਨੇ ਲੱਕ ਤੋੜਨ ਦੀ ਬਜਾਏ ਲੱਕ ਨੂੰ ਪਲਾਸਟਰ ਲਾਤਾ, ਤੇ ਆਪ ਵਾਲਿਆਂ ਨੇ ਤਾਂ ਜਮਾਂ ਹੀ ਕਹਿੰਦੇ ਸਿਰ ਤੇ ਟੋਕਰਾ ਧਰ ਕੇ ਵੇਚ ਲਓ। ਜਾਣੀ ਉਹਨਾਂ ਨੂੰ ਪਿਛਲਿਆਂ ਨੂੰ ਚੰਗੇ ਖਵਾਉਣ ਵਾਸਤੇ ਇਹਨਾਂ ਨੂੰ ਜਿੰਨਾ ਮਰਜ਼ੀ ਮਾੜਾ ਕੰਮ ਕਰਨਾ ਪੈ ਜੇ। ਸੁਖਬੀਰ ਬਾਦਲ ਜਿਹੜੇ ਗਲਿਹਰੇ ਬਣ ਰਹੇ ਆ, ਵੱਡੇ ਰੋਡ ਨਿਕਲ ਰਹੇ ਆ, ਉਹ ਤੇ ਜਾਪਾਨ ਨੂੰ ਕਬਜ਼ਾ ਦੇ ਰਹੇ ਆ, ਅਮਰੀਕਾ ਨੂੰ ਦੇ ਰਹੇ ਆ, ਵੱਡੀਆਂ ਕੰਪਨੀਆਂ ਨੂੰ ਸੌਂਪ ਰਹੇ ਆ। ਤੇ ਉਹੋ ਹੀ ਕਹਿੰਦਾ ਸੀਗਾ ਵੀ ਮੈਂ ਇੱਥੇ ਕੈਲੀਫੋਰਨੀਆ ਬਣਾ ਦੂੰ। ਕੈਲੀਫੋਰਨੀਆ ਵਰਗਾ ਇਲਾਜ ਥੋੜੀ ਦੇਣਾ, ਕੈਲੀਫੋਰਨੀਆ ਵਰਗਾ ਇੱਥੇ ਸਾਨੂੰ ਸਿੱਖਿਆ ਪ੍ਰੋਵਾਈਡ ਥੋੜੀ ਕਰਾਉਣੀ ਆ। ਕੈਲੀਫੋਰਨੀਆ ਦਾ ਡੰਡਾ ਲਿਆ ਕੇ ਰੱਖਣਾ ਵੀ ਆਹ ਕੈਲੀਫੋਰਨੀਆ ਵਾਲੇ ਆ, ਇਹ ਟੋਲ ਪਲਾਜ਼ੇ 4 ਹੋਰ ਲਾ ਲਓ, ਜਿਹੜੇ ਲੰਘਦਾ ਉਹਦੇ ਜੁੱਤੀਆਂ ਮਾਰੋ, ਨਾਲੇ ਪੈਸੇ ਕੱਢ ਲਓ ਜੇਬ ਚੋਂ। ਆਹ ਕੈਲੀਫੋਰਨੀਆ ਬਣਾਉਣਾ। ਸੁਖਬੀਰ ਬਾਦਲ ਦੀ ਇੱਕ ਹੋਰ ਗੱਲ ਖਾਸੀ ਮਸ਼ਹੂਰ ਹੋਈ ਸੀ, ਉਹ ਬਣੇ ਸੜਕਾਂ ਵਾਲੀ ਤੇ ਬੰਬ ਸਿੱਟ ਦੋ ਤਾਂ ਨਹੀਂ ਹੁੰਦਾ। ਕੀ ਦੀ ਗੱਲ ਹੋਈ? ਇਹਦਾ ਪਾਣੀ 'ਚ ਬੱਸਾਂ ਚਲਾਉਂਦਾ ਸੀ, ਸੜਕਾਂ ਤੇ ਬੰਬ ਸਿੱਟੀ ਜਾਂਦਾ। ਜਾਣੀ ਸਾਰੇ ਜਹਾਨ ਦੇ ਗੱਪੀ ਆ ਜਿਹੜੇ ਆ ਲੁੰਗ ਲਾਣਾ, ਉਹਨਾਂ ਦੀ ਝੂਠ ਖਾਣ ਵਾਲਾ। ਇਹਨਾਂ ਦੀ ਕੋਈ ਜ਼ਮੀਰ ਨਹੀਂ ਹੈ, ਇਹ ਕੋਈ ਕਿਸੇ ਦੇ ਹੈ ਨਹੀਂ ਸਕੇ। ਇਹ ਚਿਹਰਾ ਭਾਵੇਂ ਸਿੱਖ ਚਿਹਰਾ ਬਣਾ ਲੈਣ, ਹਿੰਦੂ ਚਿਹਰਾ ਬਣਾ ਲੈਣ, ਮੁਸਲਮਾਨ, ਇਹ ਧਰਮਾਂ ਦੇ ਨਾਂ ਤੇ ਰਾਜਨੀਤੀ ਗੰਦੀ ਕਰਦੇ ਆ। ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਕ ਲੈਂਦਾ ਵੀ ਤੇਰੇ ਵੇਰੀ ਤੂੰ ਕਿੱਥੇ ਗਿਆ ਸੀ। ਇਸ ਤਰ੍ਹਾਂ ਦੇ ਮਸਲੇ ਲੋਕਾਂ 'ਚ ਪਾਟਕ ਪਾਉਣ ਵਾਲੇ ਲੈ ਕੇ ਆਉਂਦੇ ਆ। ਅੱਜ ਦਾ ਦੌਰ ਵੀ ਉਹੋ ਜਿਹਾ ਹੈਗਾ ਵੀ ਕਿਸੇ ਨੂੰ ਧਰਮਾਂ ਦੇ ਨਾਂ ਤੇ, ਫਿਰਕੂ ਫਾਸੀਵਾਦੀ ਦੇ ਨਾਂ ਤੇ ਭੜਕਾ ਕੇ ਲੋਕਾਂ ਨੂੰ ਪਾੜ ਕੇ ਰੱਖਣਾ। ਆਹ ਮੁੱਦਿਆਂ ਤੋਂ ਭੜਕਾਉਣਾ ਵੀ ਸਾਡਾ ਪਾਣੀ ਕਿਹਨੇ ਗੰਦਾ ਕਰਦਾ, ਹਵਾ ਗੰਦੀ ਕਰਤੀ, ਕਾਲਾ ਪੀਲੀਆ ਕੈਂਸਰ ਘਰ ਘਰ ਆ ਗਿਆ, ਪੜ੍ਹਾਈ ਇੰਨੀ ਮਹਿੰਗੀ ਕਿਉਂ ਹੋ ਗਈ, ਇਲਾਜ ਕਿਉਂ ਮਹਿੰਗੇ ਆ, ਅਸੀਂ ਰਹਿਣਾ ਕਿੱਥੇ ਆ, ਆਹ ਸੜਕਾਂ ਤੇ ਲੁੱਟ ਕਿਉਂ ਹੁੰਦੀ ਆ ਸਾਡੀ। ਇਸ ਕਰਕੇ ਭਰਾਵੋ ਮਹਿੰਗਾਈ ਸਿਖਰਾਂ ਤੇ ਆ। ਇਹਨਾਂ ਗੱਲਾਂ ਨੂੰ ਭੁਲਾਉਣ ਵਾਸਤੇ ਉਹ ਧਰਮਾਂ ਦੇ ਮੁੱਦੇ ਲੈ ਕੇ ਆ ਜਾਂਦੇ ਆ ਕੋਈ ਨਾ ਕੋਈ। ਇਹਨਾਂ ਦੇ ਦਰਮਿਆਨ ਹਿੰਦੁਸਤਾਨ, ਪਾਕਿਸਤਾਨ ਜਾਂ ਖਾਲਿਸਤਾਨ ਦੀਆਂ ਗੱਲਾਂ ਹੀ ਕਿਉਂ ਹੁੰਦੀਆਂ ਨੇ? ਇਹਨਾਂ ਦਾ ਰਾਜ ਭਾਗ ਦੀ ਉਮਰ ਲੰਮੀ ਕਰਨ ਵਾਸਤੇ ਇਹ ਗੱਲਾਂ ਇਹਨਾਂ ਵਾਸਤੇ ਜ਼ਰੂਰੀ ਨੇ। ਅਸੀਂ ਤਾਂ ਨਾਅਰਾ ਲਾਉਣੇ ਆ, ਪੂਰੀ ਦੁਨੀਆ ਦੇ ਮਿਹਨਤਕਸ਼ ਲੋਕੋ ਇੱਕ ਹੋ ਜਾਓ, ਦੁਨੀਆ ਭਰ ਦੇ ਕਿਰਤੀ ਲੋਕੋ ਇੱਕ ਹੋ ਜਾਓ। ਅਸੀਂ ਤਾਂ ਪੂਰੇ ਆਲ ਵਰਲਡ ਦੀ ਗੱਲ ਕਰਦੇ ਆਂ ਵੀ ਇੱਥੇ ਕੋਈ ਹੱਦ ਸਰਹੱਦ ਹੋਣੀ ਨਹੀਂ ਚਾਹੀਦੀ। ਕਿਰਤੀ ਲੋਕਾਂ ਦਾ ਰਾਜ ਹੋਣਾ ਚਾਹੀਦਾ ਹੈ, ਕਿਰਤੀ ਲੋਕਾਂ ਦੀ ਪੁੱਗਤ ਹੋਣੀ ਚਾਹੀਦੀ ਹੈ। ਸਾਡਾ ਇਹਦੇ ਨਾਲ ਕੀ ਮਾਮਲਾ ਹੈ? ਕੋਈ ਪਾਕਿਸਤਾਨ 'ਚ ਰਹਿੰਦਾ ਹੈ, ਉਹ ਗਰੀਬ ਉੱਥੇ ਵੀ ਦੁਖੀ ਹੈ, ਅਮੀਰ ਇੱਥੇ ਵੀ ਉਹੋ ਹੀ ਲੋਕਾਂ ਦੀ ਲੁੱਟ ਕਰਕੇ ਪਲ ਰਹੇ ਨੇ। ਇਹ ਵੀ ਪਲ ਰਹੇ। ਜਿਹੜਾ ਤੁਸੀਂ ਸਵਾਲ ਵੀਰ ਤੋਂ ਪੁੱਛਿਆ, ਇਹ 'ਚ ਸਾਰੀ ਸਿਆਸਤ ਹੈ। ਨਸ਼ਾ ਸਿਆਸਤ ਦਾ, ਜਿਹੜਾ 'ਚ ਗੁੰਡਾਗਰਦੀ ਹੈ ਉਹ ਸਿਆਸਤ ਦੀ ਹੈ। ਸਭ ਇਹਨਾਂ ਕੋਲ ਹੀ ਪਲਦੇ ਦੀ, ਇਹਨਾਂ ਦੀ ਬਣਾਏ ਹੋਏ ਨੇ। ਨਸ਼ਾ ਇਹਨਾਂ ਦਾ ਲਿਆਂਦਾ ਹੋਇਆ। ਜਿਹੜਾ ਕੋਈ ਮੁੱਦਾ ਆਉਂਦਾ ਇਹੋ ਜਿਹਾ ਸਾਨੂੰ ਪਾੜਨ ਵਾਲਾ, ਸਾਡੇ ਦੇਸ਼ ਨੂੰ ਬਰਬਾਦ ਕਰਨ ਵਾਲਾ, ਉਹ ਇਹ ਜਾਣ ਕੇ ਲਿਆਉਂਦੇ ਨੇ ਵੋਟ ਬਟੋਰਨ ਦੇ ਮਾਰੇ, ਜਨਤਾ ਦਾ ਧਿਆਨ ਭੜਕਾਉਣ ਦੇ ਮਾਰੇ। ਅਸਲ ਗੱਲ ਤਾਂ ਇਹ ਹੈ, ਜੇ ਦੁਬਾਰਾ ਵੋਟਾਂ ਪੈਂਦੀਆਂ ਨੇ ਤੇ ਦੁਬਾਰਾ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਲੋਕ ਤੁਹਾਡੇ ਦਰਾਂ ਦੇ ਉੱਪਰ ਆਉਂਦੇ ਨੇ, ਗੱਲ ਕਰੋਗੇ ਫਿਰ? ਪਹਿਲਾਂ ਵੀ ਕਰਦੇ ਆ, ਹੁਣ ਵੀ ਕਰਾਂਗੇ। ਪਾਓਗੇ ਵੋਟਾਂ? ਨਹੀਂ, ਅੱਗੇ ਵੀ ਨਹੀਂ ਪਾਈਆਂ ਸੀ ਤਾਂ। ਮੈਂ ਤਾਂ ਮੈਨੂੰ ਲੱਗਦਾ 10 ਸਾਲ ਹੋ ਗਏ ਉਹਨੇ ਵੋਟਾਂ ਪਾਈਆਂ। ਅਸੀਂ ਤਾਂ ਪਹਿਲਾਂ ਹੀ ਵੋਟ ਦੀ ਵੋਟ ਦਾ ਇਸਤੇਮਾਲ ਤਾਂ ਆਪਾਂ ਨੂੰ ਕਰਨਾ ਚਾਹੀਦਾ। ਅਸੀਂ ਮਨਾ ਵੀ ਨਹੀਂ ਕਰਦੇ। ਗ੍ਰਾਹਾਂ ਜਥੇਬੰਦੀ ਨੇ ਕਿਸੇ ਨੂੰ ਮਨਾ ਨਹੀਂ ਕੀਤਾ। ਜਿਸ ਦਿਨ ਵੋਟਾਂ ਪੈਣੀਆਂ ਸੀ ਐਮਐਲਏ ਦੀਆਂ, ਮੈਨੂੰ ਕਰੀਬ, ਅਸੀਂ ਕਿਸੇ ਫੰਕਸ਼ਨ 'ਚ ਬੈਠੇ ਸੀ, 150 ਦੇ ਕਰੀਬ ਫੋਨ ਆਇਆ, ਪ੍ਰਧਾਨ ਜੀ ਵੋਟਾਂ ਕਿਹਨਾਂ ਨੂੰ ਪਾਉਣੀਆਂ? ਅਸੀਂ ਕਿਹਾ ਜਿਹੜਾ ਚੰਗਾ ਲੱਗਦਾ ਪਾ ਲਓ, ਪਰ ਜੇ ਤੁਹਾਡੀ ਪੁੱਗਤ ਹੈ ਤਾਂ ਭਰਾਵੋ ਸੰਘਰਸ਼ਾਂ ਰਾਹੀਂ ਹੈ। ਇਹ ਜਥੇਬੰਦੀ ਦਾ ਝੰਡਾ ਚੁੱਕ ਕੇ ਹੀ ਹੈ, ਇਹ ਸਾਡੇ ਏਕੇ ਨਾਲ ਹੈ। ਇੱਥੇ ਸਾਨੂੰ ਖੜਨਾ ਪੈਣਾ। ਕਿਸਾਨ ਵੀ ਤਾਂ ਸੰਯੁਕਤ ਸਮਾਜ ਮੋਰਚਾ ਲੈ ਕੇ ਇੱਕ ਪਾਰਟੀ ਲੈ ਕੇ ਆਏ ਸੀਗੇ ਰਾਜੇਵਾਲ ਸਾਹਿਬ, ਉਹਨਾਂ ਨੂੰ ਪਾਈਆਂ ਵੋਟਾਂ ਲੋਕਾਂ ਨੇ? ਨਹੀਂ, ਦੇਖੋ ਜਿਹੜਾ ਵੋਟ ਸਿਸਟਮ 'ਚ ਗਿਆ ਉਹਦੇ ਨਾਲ ਸਾਡਾ ਕੋਈ ਹੈ ਨਹੀਂ। ਜੇ ਰਾਜੇਵਾਲ ਅੱਜ ਵੀ ਸਮਾਜ ਮੋਰਚਾ ਬਣਾਉਂਦਾ, ਉਹ ਅਸੀਂ ਸਿਆਸੀ ਧਿਰਾਂ ਵਾਂਗ ਸਮਝਦੇ ਹਾਂ। ਜੇ ਉਹ ਸਮਾਜ ਤੋੜ ਕੇ, ਮੋਰਚਾ ਤੋੜ ਕੇ ਜਥੇਬੰਦੀਆਂ 'ਚ ਆ ਜਾਂਦਾ, ਉਹ ਸਾਡਾ ਅੰਗ ਹੈ। ਫਿਰ ਉਹਨੂੰ ਸਿਆਸੀ ਆਗੂ ਕਹੋਗੇ ਜਾਂ ਕਿਸਾਨੀ ਆਗੂ ਕਹੋਗੇ ਉਹਨੂੰ? ਜਿਹੜਾ ਤੂੰ ਸਾਡੇ 'ਚ ਆ ਜਾ, ਸਾਡੇ 'ਚ ਇਮਾਨਦਾਰੀ ਨਾਲ ਬਹਿ ਜਾ, ਸਾਡਾ ਝੰਡਾ ਚੱਕ ਲੈ, ਫਿਰ ਤੈਨੂੰ ਅਸੀਂ ਕਿਸਾਨ ਆਗੂ ਕਹਾਂਗੇ। ਠੀਕ ਹੈ। ਤੇ ਜੇ ਮੈਂ ਪਾਰਟੀ ਜੁਆਇਨ ਕਰਕੇ ਇੱਕ ਪਾਰਟੀ ਦਾ ਅਨਾਉਂਸਮੈਂਟ ਕਰਦਾ ਫਿਰ ਨਹੀਂ, ਤਾਂ ਫਿਰ ਹੁਣ ਰਾਜੇਵਾਲ ਸਾਹਿਬ ਕੀ ਨੇ? ਸਿਆਸੀ ਹਾਲੇ ਤਾਂ ਸਿਆਸੀ ਆਗੂ ਹਾਂ। ਫਿਰ ਬੋਲਦੇ ਕਿਉਂ ਨਹੀਂ? ਮੰਗ ਕਰਦੇ ਆ ਸਾਰਿਆਂ ਨੂੰ। ਅਸੀਂ ਤਾਂ ਪਾਰਟੀਆਂ ਵਾਲਿਆਂ ਨੂੰ ਵੀ ਕਹਿੰਦੇ ਵੀ ਛੱਡ ਕੇ ਭਾਈ ਆ ਜਾਓ, ਇੱਧਰ ਗੱਲ ਬਣਨੀ ਹੈ। ਗੱਲ ਨਹੀਂ ਸੁਣਦੇ ਬੇਟਾ। ਤੁਸੀਂ ਇੱਕ ਗੱਲ ਸੁਣੋ ਮੇਰੀ, ਜਿਹੜਾ ਅਸੀਂ ਮੋਰਚਾ ਲਾਈ ਬੈਠੇ ਅੱਜ, ਇਹਨੂੰ ਤੁਸੀਂ ਥੋੜਾ ਜਿਹਾ ਦੇਖ ਰਹੇ ਹੋ, ਥੋੜਾ ਜਿਹਾ। ਅੱਛਾ ਜੀ। ਸੋਚ ਰਹੇ ਹੋ ਵੀ ਅਸੀਂ ਭਗਵੰਤ ਮਾਨ ਨੂੰ ਬੋਲ ਰਹੇ ਹਾਂ, ਉਰੇ ਭਗਵੰਤ ਮਾਨ ਦੇ ਕਸੂਰ ਕੱਢਦੇ ਹਾਂ। ਅਸੀਂ ਕੱਲੇ ਭਗਵੰਤ ਮਾਨ ਵਾਸਤੇ ਨਹੀਂ,
ਇਹ 'ਚ ਬਹੁਤ ਜ਼ਿਆਦਾ ਫਾਇਦਾ ਸਾਡੀ ਜਨਤਾ ਦਾ ਵੀ ਅਸੀਂ ਕਰਦੇ ਹਾਂ ਜੀ ਰਾਹ ਨੂੰ ਅਸੀਂ ਨਹੀਂ ਰੋਕ ਕੇ ਰਾਜੀ ਜੀ ਕਿਸੇ ਨੂੰ ਮੰਦਾ ਚੰਗਾ ਅਸੀਂ ਨਹੀਂ ਬੋਲ ਕੇ ਰਾਜੀ ਇਹੀ ਸਿਫਤ ਕਿਸਾਨਾਂ ਦੇ ਅੰਦੋਲਨ ਦੀ ਜੀ। ਹਾਂ ਦੂਸਰੀ ਗੱਲ ਜਿਹੜਾ ਸਾਡਾ ਸਕੂਲ ਇੱਥੇ ਚੱਲਦਾ ਹੈ ਉਹ 'ਚ ਜਿਹੜੀ ਅਸੀਂ ਜਨਤਾ ਨੂੰ ਸਿਆਣੇ ਕਰਦੇ ਆ ਸਾਡੀ ਉਹ ਵੱਡੀ ਪ੍ਰਾਪਤੀ ਆ ਸਭ ਨਾਲੋਂ ਜ਼ਿਆਦਾ ਠੀਕ ਹੈ ਹੌਲੀ 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 ਜਨਤਾ ਹੁਣ ਅੱਗੇ ਨੂੰ ਸਿਆਣੀ ਹੋ ਗਈ ਨਾ ਬਦਲਾ ਲਿਆ ਹੈ ਨਾ ਦੇਖੋ ਜੀ ਇਹ ਤਾਂ ਮੈਂ ਤਾਂ ਨਹੀਂ ਕਹਿ ਸਕਦਾ ਪਰ ਇਹ ਤੁਸੀਂ ਜ਼ਰੂਰ ਕਹਿ ਸਕਦੇ ਹੋ ਕਿ ਤੁਸੀਂ ਦੱਸੋ ਲੋਕ ਸਿਆਣੇ ਹੋ ਗਏ ਜਾਂ ਨਹੀਂ ਜੇ ਇੰਨੀ ਸਮਝ ਆ ਗਈ ਹੈ ਤੇ ਇੰਨਾ ਕੁਝ ਸਮਝ ਆ ਵੀ ਚੁੱਕਿਆ ਹੈ ਤੇ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਦਿਮਾਗ 'ਚ ਜ਼ਿਹਨ 'ਚ ਆ ਵੀ ਚੁੱਕੀਆਂ ਨੇ ਤਾਂ ਹੁਣ ਉਹਨਾਂ ਨੂੰ ਸਮਝਾਉਣ ਦੇ ਵਾਸਤੇ ਭਗਵੰਤ ਮਾਨ ਸਾਹਿਬ ਨੂੰ ਕੌਣ ਜਾ ਰਿਹਾ ਅੱਗੇ ਸਮਝਾਉਣ ਵਾਸਤੇ ਹੀ ਬੈਠੇ ਆ ਇੱਥੇ ਸਾਰੇ ਪਰ ਜਿਹੜਾ ਪੂਰਾ ਸੂਰਾ ਸਿਸਟਮ ਹੈ 75 ਸਾਲਾਂ ਤੋਂ ਅਦਾਲਤਾਂ ਇਹਨਾਂ ਦੀਆਂ ਨੇ ਪੁਲਿਸ ਫੌਜ ਇਹਨਾਂ ਦੀ ਆ ਹਰ ਦਫ਼ਤਰ ਦੇ ਵਿੱਚ ਇਹਨਾਂ ਦੀ ਆ ਜਾਣੀ ਉਹ ਪੂਰੇ ਸੂਰੇ ਸਿਸਟਮ ਨੂੰ ਬਦਲਣ ਵਾਸਤੇ ਜਿੰਨੀ ਇਹਨਾਂ ਦਾ ਅਮਰੀਕਾ ਕੈਨੇਡਾ ਤੱਕ 7 ਮੁਲਕਾਂ ਦਾ ਉੱਤੇ ਆਰਬੀਆਈ ਬੈਂਕ ਦਾ ਕਬਜ਼ਾ ਪਾਣੀਆਂ ਤੇ ਹੋਣ ਜਾ ਰਿਹਾ ਜਾਣੀ ਬਹੁਤ ਵੱਡਾ ਤਾਣਾ ਬਾਣਾ ਹੈ ਜਿਹਦੇ ਨਾਲ ਇੱਕ ਟੱਕਰ ਲੈਣ ਦੀ ਗੱਲ ਹੈ ਉਸ ਵਾਸਤੇ ਸਾਨੂੰ ਕਿੱਡੀ ਵੱਡੀ ਤਿਆਰੀ ਦੀ ਲੋੜ ਹੈ ਅਸੀਂ ਕੁਝ ਲੋਕ ਹਜੇ ਮੁੱਠੀ ਭਰ ਲੋਕ ਕਹਿ ਲਈਏ ਇਹ ਜਾਣੀ ਇਸ ਪਾਸੇ ਤੁਰੇ ਆ ਜਦੋਂ ਇਹ ਸਾਰੇ ਸਿਆਣੇ ਹੋ ਗਏ ਹਜੇ ਤਾਂ ਤੁਹਾਡੇ ਸਾਹਮਣੇ ਆ ਅਸੀਂ ਕਿੰਨੇ ਕੁ ਬੋਲ ਕੇ ਗੱਲ ਕਰਨ ਜੋਗੇ ਹੋਏ ਆ ਹਜੇ ਅਸੀਂ ਇਸ ਸਮਝਣਾ ਲੈਸ ਹੈ ਪਰ ਅਸੀਂ ਬੋਲਣ ਜੋਗੇ ਹੋ ਗਏ ਪ੍ਰਚਾਰ ਕਰਨ ਜੋਗੇ ਹੋ ਗਏ ਜਦੋਂ ਲੱਕ ਬੰਨ ਕੇ ਜੁਟ ਗਏ ਕੱਲੇ ਕੱਲੇ ਨੇ ਆਗੂ ਮੰਨ ਲਿਆ ਆਪਣੇ ਆਪ ਨੂੰ ਅਸੀਂ ਘਰ ਘਰ ਚੁੱਲ੍ਹਿਆਂ ਤੇ ਗੱਲ ਲੈ ਗਏ ਤੇ ਜਾਣੀ ਜਿੱਥੇ ਮਜ਼ਦੂਰ ਵਰਗ ਹੈ ਉਹਨਾਂ ਨੂੰ ਨਾਲ ਲੈ ਲਿਆ ਛੋਟੇ ਮੁਲਾਜ਼ਮ ਤਬਕੇ ਨੂੰ ਨਾਲ ਲੈ ਲਿਆ ਆਹ ਜਿਹੜੀਆਂ ਫੈਕਟਰੀਆਂ ਦੇ ਮਜ਼ਦੂਰ ਨੇ ਇਹਨਾਂ ਨੂੰ ਨਾਲ ਲੈ ਲਿਆ ਜੋ ਕਿਰਤ ਕਰਨ ਵਾਲੇ ਨੇ ਉਹਨਾਂ ਸਾਰੇ ਤਬਕਿਆਂ ਨੂੰ ਨਾਲ ਲੈਣਾ ਹੈ ਸਾਰਿਆਂ ਦੀ ਏਕਤਾ ਕਰਨੀ ਹੈ ਉਦੋਂ ਬਾਅਦ ਇਹਦਾ ਜਿਹੜਾ ਪਲਟਾ ਵੱਜਣਾ ਹੈ ਉਦੋਂ ਬਾਅਦ ਇਹ ਸਿਸਟਮ ਨੇ ਢਹਿ ਢੇਰੀ ਹੋ ਕੇ ਨਵਾਂ ਸਮਾਜ ਉਸਾਰਿਆ ਨਵਾਂ ਸਮਾਜ ਉਸਾਰਿਆ ਜਾਣਾ ਆਖਿਰ ਦੇ ਵਿੱਚ ਬਸ ਇੰਨਾ ਚਾਹੂੰਗਾ ਕਿ ਹੁਣ ਆਪਾਂ ਦੋ ਸ਼ਬਦ ਜਿਹੜੇ ਹੈਗੇ ਨੇ ਮੋਦੀ ਨੂੰ ਜਿਹੜੀ ਆਪਾਂ ਮੰਗ ਹੈ ਜਾਂ ਗੁਜ਼ਾਰਿਸ਼ ਹੈ ਜਾਂ ਜੋ ਵੀ ਹੈ ਉਹਨੂੰ ਤੇ ਨਾਲ ਭਗਵੰਤ ਮਾਨ ਨੂੰ ਠੀਕ ਹੈ ਜੀ ਪਹਿਲਾਂ ਮੋਦੀ ਨੂੰ ਜੀ ਹਾਂ ਮੋਦੀ ਦਾ ਜਿਹੜਾ ਐਮਐਸਸੀ ਮੰਗਦੇ ਆ ਜੀ ਉਹ ਤੋਂ 23 ਫਸਲਾਂ ਤੇ ਉਹ ਸਵਾਲ ਹੈ ਸਾਡਾ ਠੀਕ ਹੈ ਜਿਹੜੇ ਸਾਡੇ ਕਿਸਾਨ ਕੁਚਲੇ ਤੀ ਉਹਨਾਂ ਤੇ ਸਹੀ ਫੈਸਲਾ ਮੰਗਦੇ ਆ ਜਿਹੜੇ ਪਰਚੇ ਹੋਏ ਨੇ ਪਰਚੇ ਤਾਂ ਸਾਡੇ ਖਤਮ ਜ਼ਿਮੀਂਦਾਰਾਂ ਤੇ ਹੋਏ ਨੇ ਖੀਰੀ ਦੇ ਵਿੱਚ ਗੱਡੀ ਚਲਾਈ ਅਜੇ ਮਿਸ਼ਰਾ ਨੇ ਸਾਡੇ ਜ਼ਿਮੀਂਦਾਰ ਮਾਰੇ ਗਏ ਸੀ ਉਹ ਉਹਨਾਂ ਨੂੰ ਸਜ਼ਾ ਹੋਵੇ ਮੰਤਰੀਆਂ ਨੂੰ ਅਸੀਂ ਕਹਿੰਦੇ ਮੋਦੀ ਤੋਂ ਮੰਗ ਕਰਦੇ ਆਂ ਵੀ ਜਿਹੜੀ ਐਮਐਸਪੀ ਦੀ ਗੱਲ ਸੀ ਉਹ ਕਰ ਰਹੇ ਆ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਦਰਿਆ ਨੇ ਉੱਤੇ ਗੱਡੀ ਚੜਾ ਕੇ ਮਾਰੇ ਹੋਏ ਨੇ ਉਹਨਾਂ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਉਹਨਾਂ ਨੂੰ ਜਿਹਨੇ ਇਹ ਮਾਸਟਰਮਾਈਂਡ ਤਿਆਰ ਕੀਤਾ ਜੇ ਮਿਸ਼ਰਾ ਨੇ ਉਹਨੂੰ ਬਰਖਾਸਤ ਕੀਤਾ ਜਾਵੇ ਹਜੇ ਤੱਕ ਤਾਂ ਉਹ ਮੋਦੀ ਦੇ ਨਾਲ ਬੈਠਾ ਜਾਣੀ ਉਹ ਮੰਤਰੀ ਦੀ ਸੱਤਾ ਭੋਗ ਰਿਹਾ ਇਸ ਕਰਕੇ ਸਾਡਾ ਵੱਡਾ ਜਿਹੜੀ ਮੰਗ ਹੈ ਉਹ ਇਹ ਹੈ ਜਿੰਨੇ ਕਿਸਾਨਾਂ ਤੇ ਪਰਚੇ ਕੀਤੇ ਸੀ ਉਹ ਰੱਦ ਕੀਤੇ ਜਾਣ ਜਿੰਨੀਆਂ ਕਿਸਾਨਾਂ ਦੀਆਂ ਐਮਐਸਪੀ ਵਗੈਰਾ ਜਾਂ ਹੋਰ ਲਮਕਦੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਤੇ ਇਸ ਵਕਤ ਭਗਵੰਤ ਮਾਨ ਦੀ ਹੁਣ ਗੱਲ ਕਰਦੇ ਆਪਾਂ ਭਗਵੰਤ ਮਾਨ ਤੋਂ ਇਸ ਵਕਤ ਦੀਆਂ ਜਿਹੜੀਆਂ 12 ਮੰਗਾਂ ਨੇ ਮੰਗਾਂ ਤਾਂ ਜੀ ਬਹੁਤ ਜ਼ਿਆਦਾ ਹੈ ਜਿੰਨੀਆਂ ਕਹਿ ਲਈਏ ਪਰ ਫੌਰੀ ਹੱਲ ਕਰਨ ਵਾਲੀਆਂ ਪਿਛਲੇ ਸਮੇਂ ਤੋਂ ਪਿਛਲੀ ਸਰਕਾਰ ਵੇਲੇ ਦੀਆਂ ਲਟਕਦੀਆਂ ਕਿਸਾਨਾਂ ਦੀ ਫਸਲ ਮਰ ਗਈ ਉਹਦਾ ਸਾਰਾ ਉਹਨਾਂ ਨੇ ਕਰ ਵੀ ਲਿਆ ਉਹਨੂੰ ਦਿੱਤਾ ਧੇਲਾ ਨਹੀਂ ਜਾਣੀ ਇੱਥੇ ਬੋਰਡ ਲੱਗ ਜਾਂਦੇ ਆ ਇਕੱਲੇ ਕਿਸਾਨਾਂ ਦੇ ਪੱਲੇ ਕੱਖ ਨਹੀਂ ਪਿਆ ਜਿਹਦੇ ਵਾਸਤੇ ਆਪਾਂ ਲਗਾਤਾਰ ਜਦੋਜਦ ਕਰ ਰਹੇ ਆ ਪਰਾਲੀ ਦਾ ਪ੍ਰਬੰਧ ਕਰਨ ਵਾਸਤੇ ਮੰਗ ਰਹੇ ਆ ਕਿਉਂਕਿ ਸਾਡੇ ਵੀ ਬੱਚੇ ਨੇ ਉਹਨਾਂ ਦੇ ਅੰਦਰ ਵੀ ਧੂਆਂ ਜਾਂਦਾ ਉਹ ਸਾਨੂੰ ਵੀ ਨੁਕਸਾਨ ਹੈ ਸਰਕਾਰ ਕੋਈ ਪ੍ਰਬੰਧ ਕਰਕੇ ਦੇਵੇ ਪਰਾਲੀ ਦਾ ਇਹ ਫੌਰੀ ਮੰਗਾਂ ਨੇ ਸਾਡੀਆਂ ਇਸ ਤਰ੍ਹਾਂ ਦੀਆਂ ਫਸਲਾਂ ਦੇ ਭਾਵਾਂ ਦੀ ਗੱਲ ਹੈ ਕਹਿੰਦਾ ਮੂੰਗੀ ਦੀ ਜੀ ਐਮਐਸਪੀ ਦੇਤੀ ਇੰਨੇ ਬੋਰਡ ਵੰਡੇ ਜੇ ਉਹਨੇ ਪੈਸੇ ਲਾਉਣੇ ਹੁੰਦੇ ਤਾਂ ਮੂੰਗੀ ਖਰੀਦ ਸਕਦਾ ਸੀ ਪੂਰੀ ਐਮਐਸਪੀ ਰੇਟ ਤੇ ਜਾਣੀ ਉਹ ਕਿਤੇ 4500 ਨੂੰ ਖਰੀਦ ਲਈ 5000 ਨੂੰ ਉਹ 7200 ਦੇਤੀ 7500 ਦੇਤੀ ਉਹ ਬੋਰਡ ਲੱਗੇ ਨੇ ਕੱਲੇ ਉਹ ਤੇ ਪੂਰਾ ਪਹਿਰਾ ਨਹੀਂ ਦਿੱਤਾ ਗਿਆ ਮੈਨੂੰ ਅੱਛਾ ਆਖਰੀ ਸਵਾਲ ਤੁਹਾਡਾ ਨਾਰਾ ਕੀ ਹੈ ਕਿਸਾਨ ਏਕਤਾ ਜਿੰਦਾਬਾਦ ਜਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੁਨੀਆ ਭਰ ਦੇ ਕਿਰਤੀ ਲੋਕੋ ਇੱਕ ਹੋ ਜਾਓ ਠੀਕ ਹੈ ਜੀ ਤਾਂ ਇੱਥੇ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲਬਾਤ ਕੀਤੀ ਹੈ ਤੇ ਇੱਥੇ ਕੱਲੇ ਕਿਸਾਨਾਂ ਦਾ ਨਹੀਂ ਬਲਕਿ ਹਰੇਕ ਕਿਰਤੀ ਜਿਹੜੇ ਲੋਕ ਨੇ ਉਹਨਾਂ ਦੇ ਬਾਰੇ ਵਿੱਚ ਜ਼ਿਕਰ ਕੀਤਾ ਹੈ ਤੇ ਅੱਜ ਇਹ ਜਿਹੜੀ ਵਿਸ਼ੇਸ਼ ਰਿਪੋਰਟ ਜਿਹੜੀ ਹੈਗੀ ਹੈ ਤੁਹਾਨੂੰ ਅਸੀਂ ਸੰਗਰੂਰ ਦੇ ਵਿੱਚ NH7 ਦੇ ਉੱਪਰ ਜਿਹੜਾ ਇਹ ਲੱਗਿਆ ਹੋਇਆ ਧਰਨਾ ਤੇ ਇੱਥੇ ਤੁਹਾਨੂੰ ਅੱਜ ਦਾ ਪੂਰਾ ਦ੍ਰਿਸ਼ ਦਿਖਾਇਆ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਦੇ ਬਾਰੇ ਵਿੱਚ ਆਪਣੀ ਜਿਹੜੀ ਕੀਮਤੀ ਰਾਏ ਹੈਗੀ ਨੇ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਓਗੇ ਅਤੇ ਜ਼ਰੂਰ ਦੇਵੋਗੇ ਇਸ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਤੋਂ ਵਿਦਾ ਲੈਣ ਦੀ ਮੈਨੂੰ ਇਮਤਿਆਜ਼ ਬਰਾੜ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ